ਘਰਾਂ ਦੀ ਮਾਰਕੀਟ ਬਾਰੇ ਕੀ ਗੱਲਾਂ ਪਤਾ ਚੱਲ ਰਹੀਆਂ ਪੂਰੇ ਕੈਨੇਡਾ ਭਰ ਦੇ ਵਿੱਚ। ਕੈਨੇਡਾ ਦੇ ਵਿੱਚ ਸਿੱਖੀ ਦੀਆਂ ਪੰਜਾਬੀਆਂ ਦੀਆਂ ਜੜ੍ਹਾਂ ਲਾਉਣ ਵਾਲੇ ਪਾਇਨੀਅਰ ਜਿਹੜੇ ਕਿ ਜਿਨ੍ਹਾਂ ਨੇ ਸਾਡੇ ਲਈ ਰਾਹ ਪੱਧਰਾ ਕੀਤਾ, ਉਹਨਾਂ ਦੇ ਵਿੱਚੋਂ ਇੱਕ ਆਸਾ ਸਿੰਘ ਜੌਹਲ ਚੜ੍ਹਾਈ ਕਰ ਗਏ ਆ। ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਾਂਗੇ। ਸਰੀ ਦੇ ਇੱਕ ਘਰ ਨੂੰ ਭੇਦ ਭਰੀ ਅੱਗ ਲੱਗੀ ਆ, ਉਹਦੇ ਵਿੱਚ ਮੌਤਾਂ ਹੋਈਆਂ, ਅੱਗ ਲਾਉਣ ਵਾਲਾ ਖੁਦਕੁਸ਼ੀ ਕਰ ਗਿਆ। ਇਸ ਮਸਲੇ ਦੇ ਉੱਤੇ ਤੁਹਾਨੂੰ ਜਾਣਕਾਰੀ ਦੇਵਾਂਗੇ। ਨਾਲ ਹੀ ਰਿਪੋਰਟਰਸ ਵਿਦਆਊਟ ਬਾਰਡਰਸ ਜਿਹੜੀ ਪੱਤਰਕਾਰਾਂ ਦੀ ਜਥੇਬੰਦੀ ਆ, ਉਹਨਾਂ ਨੇ 37 ਉਹਨਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਨੂੰ ਚੁਣਿਆ ਜਿਨ੍ਹਾਂ ਦੇ ਮੁਲਕਾਂ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਜਿਹੜੀ ਆ ਖਤਰੇ ਦੇ ਵਿੱਚ ਹੈ। ਭਾਜਪਾ ਦੇ ਇੱਕ ਵਿਧਾਇਕ ਨੂੰ ਕਿਸਾਨਾਂ ਦਾ ਅੰਦੋਲਨ ਜਿਹੜਾ ਆ ਉਹਦੀ ਗੱਲ ਕਰਨੀ ਮਹਿੰਗੀ ਪਈ ਆ। ਅਕਾਲੀ ਦਲ ਬਾਦਲ ਦੇ ਆਗੂ ਇਜ਼ਹਾਰ ਆਲਮ ਦੀ ਜਿਹੜੇ ਕਿ ਇਸ ਜਹਾਨ ਤੋਂ ਰੁਖਸਤ ਹੋ ਗਏ ਆ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਬੀਤੇ 1 ਮਹੀਨੇ ਤੋਂ ਤਕਰੀਬਨ ਕੈਨੇਡਾ ਜਿਹੜਾ ਆ ਉਹਨਾਂ ਦੇ ਵਿੱਚ ਵਸਣ ਵਾਲੇ ਲੋਕਾਂ ਦੀ, ਬਾਹਰਲੇ ਮੁਲਕਾਂ ਦੇ ਲੋਕਾਂ ਦੀ ਸੋਚ ਜਿਹੜੀ ਆ ਉਹ ਕੈਨੇਡਾ ਬਾਰੇ ਬੜੀ ਚੇਂਜ ਹੋਈ ਆ। ਕਾਰਨ ਮੂਲ ਨਿਵਾਸੀ ਭਾਈਚਾਰੇ ਦੇ ਉੱਤੇ ਜੋ ਜ਼ੁਲਮ ਜਿਹੜਾ ਆ ਉਹ ਬੀਤੇ ਦੀਆਂ ਸਰਕਾਰਾਂ ਵੱਲੋਂ, ਚਰਚ ਵੱਲੋਂ ਜਿਹੜਾ ਆ ਉਹਦੀ ਰਹਿਨਮਾਈ ਦੇ ਹੇਠ ਕੀਤਾ ਗਿਆ, ਉਹ ਜਿਹੜੇ ਖੁਲਾਸੇ ਹੋ ਰਹੇ ਬੜੇ ਉਹ ਦਿਲ ਕੰਬਾਊ ਆ ਕਿ ਕਿਵੇਂ ਬੱਚਿਆਂ ਨੂੰ ਜਿਹੜਾ ਆ ਇੱਥੇ 1.5 ਲੱਖ ਦੇ ਕਰੀਬ ਬੱਚਿਆਂ ਨੂੰ ਕੋਹ ਕੇ ਜਿਹੜਾ ਸਕੂਲਾਂ ਦੇ ਵਿੱਚ ਰੱਖਿਆ ਗਿਆ, ਅਤੇ ਉਹਨਾਂ ਵਿੱਚੋਂ 6000 ਤੋਂ ਉੱਪਰ ਜਿਹੜੇ ਬੱਚੇ ਆ ਉਹ ਮਾਰੇ ਗਏ। ਉਹਨਾਂ ਦੀਆਂ ਕਬਰਾਂ ਲੱਭ ਰਹੀਆਂ, ਉਹਨਾਂ ਦੇ ਪਿੰਜਰ ਜਿਹੜੇ ਆ ਉਹ ਲੱਭੇ ਜਾ ਰਹੇ ਆ। ਸੋ ਇਸ ਮੌਕੇ ਜਦੋਂ ਕਿ ਮੂਲ ਵਾਸੀ ਕੈਨੇਡਾ ਦੇ ਜਿਹੜੇ ਆ ਉਹ ਬੜੇ ਨਾਰਾਜ਼ ਨੇ, ਹੋਰ ਲੋਕ ਜਿਹੜੇ ਆ ਬੜੇ ਨਾਰਾਜ਼ ਨੇ, ਤਾਂ ਕੈਨੇਡਾ ਸਰਕਾਰ ਵੱਲੋਂ ਇੱਕ ਕਾਰਵਾਈ ਜਿਹੀ ਕਰਕੇ ਜਿਹੜਾ ਲੋਕਾਂ ਦਾ ਗੁੱਸਾ ਠੰਡਾ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ। ਕੈਨੇਡਾ ਦੇ ਗਵਰਨਰ ਜਨਰਲ ਇੱਕ ਮੂਲ ਨਿਵਾਸੀ ਭਾਈਚਾਰੇ 'ਚ ਇੱਕ ਔਰਤ ਨੂੰ ਜਿਹੜਾ ਆ ਥਾਪਿਆ ਗਿਆ। ਮੈਰੀ ਸਿਮੋਨ ਜਿਹੜੇ ਕਿ ਇਨੂਕ ਲੀਡਰ ਨੇ, ਨਾਰਦਰਨ ਕੁਬੈਕ ਦੇ ਇੱਕ ਨੂਨਾਵਿਕ ਇਲਾਕੇ ਦੇ ਵਿੱਚੋਂ ਇੱਕ ਕਬੀਲੇ ਦੇ ਨਾਲ ਸੰਬੰਧਿਤ ਮੈਰੀ ਸਿਮੋਨ ਜਿਹੜੇ ਆ ਕੈਨੇਡੀਅਨ ਡਿਪਲੋਮੇਟ ਰਹੇ ਆ। ਡੈਨਮਾਰਕ ਤੋਂ ਇਲਾਵਾ ਕਈ ਹੋਰ ਮੁਲਕਾਂ ਦੇ ਵਿੱਚ ਐਂਬੈਸਡਰ ਰਹੇ ਆ। ਉਹਨਾਂ ਨੂੰ ਜਿਹੜੀ ਕਿ ਉਮਰ 74 ਸਾਲ ਆ ਕੈਨੇਡਾ ਦਾ ਗਵਰਨਰ ਜਨਰਲ ਜਿਹੜਾ ਨਿਯੁਕਤ ਕੀਤਾ ਗਿਆ। ਕੈਨੇਡਾ ਦੇ ਵਿੱਚ ਗਵਰਨਰ ਜਨਰਲ ਦੀ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਕੋਈ ਕੀ ਪਾਵਰਸ ਹੁੰਦੀਆਂ ਤਾਂ ਉਹਨੂੰ ਆਪਾਂ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਮਿਲ ਕੇ ਦੇਖ ਸਕਦੇ ਹਾਂ। ਅਹੁਦਾ ਬਹੁਤ ਵੱਡਾ ਹੁੰਦਾ, ਪਾਵਰਸ ਇੰਨੀਆਂ ਨਹੀਂ ਹੈਗੀਆਂ ਪਰ ਬਹੁਤ ਵੱਡਾ ਅਹੁਦਾ ਆ। ਅਤੇ ਸਭ ਤੋਂ ਵੱਡੀ ਗੱਲ ਇਹ ਆ ਅੱਗੇ ਮੂਲ ਨਿਵਾਸੀ ਭਾਈਚਾਰੇ ਦੇ ਵਿੱਚੋਂ, ਖਾਸ ਕਰਕੇ ਔਰਤਾਂ ਦੇ ਵਿੱਚੋਂ ਐਡੀ ਵੱਡੀ ਪ੍ਰਾਪਤੀ ਜਿਹੜੀ ਆ ਪਹਿਲੀ ਵਾਰੀ ਹੋਈ ਆ। ਕਿਸੇ ਜਿਹੜੀ ਆ ਮੂਲ ਨਿਵਾਸੀ ਔਰਤ ਨੂੰ ਐਡੇ ਵੱਡੇ ਅਹੁਦੇ ਦੇ ਉੱਤੇ ਬਿਠਾਇਆ ਗਿਆ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਬਹੁਤ ਵੱਡੀ ਲੋੜ ਸੀਗੀ। ਜਿੱਥੇ ਫੈਸਲੇ ਹੁੰਦੇ ਆ ਵੱਡੇ ਦਫ਼ਤਰਾਂ ਦੇ ਵਿੱਚ ਮੂਲ ਨਿਵਾਸੀਆਂ ਦੀ ਵੱਡੀ ਘਾਟ ਹੈਗੀ ਆ, ਅਤੇ ਇਹ ਘਾਟ ਪੂਰੀ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ। ਜਸਟਿਨ ਟਰੂਡੋ ਤੋਂ ਇਲਾਵਾ ਵਿਰੋਧੀ ਪਾਰਟੀ NDP ਦੇ ਜਿਹੜੇ ਆਗੂ ਜਗਮੀਤ ਸਿੰਘ, ਉਹਨਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ। ਉਹ ਕਹਿੰਦੇ ਵੀ ਇਹ ਬਹੁਤ ਦੇਰ ਨਾਲ ਗੱਲ ਹੋਈ ਆ ਪਰ ਚੰਗੀ ਗੱਲ ਹੋਈ ਆ। ਜਿਹੜੇ ਮੂਲ ਨਿਵਾਸੀ ਨੇ, ਇੰਡੀਜਨਸ ਲੋਕ ਨੇ, ਫਸਟ ਨੇਸ਼ਨ ਦੇ ਲੋਕ ਨੇ, ਉਹਨਾਂ ਨੂੰ ਮਿਸਿਸ ਸਿਮੋਨ ਦੀ ਨਿਯੁਕਤੀ ਦੇ ਨਾਲ ਇੱਕ ਆਸ ਦੀ ਕਿਰਨ ਜਿਹੜੀ ਦਿਖਾਈ ਦਿੱਤੀ ਹੈ ਕਿ ਉਹਨਾਂ ਲਈ ਰਾਹ ਖੁੱਲ੍ਹਾ ਆ। ਉਹ ਵੀ ਜਾ ਕੇ ਵੱਡੇ ਦਫ਼ਤਰਾਂ ਦੇ ਵਿੱਚ ਬਹਿ ਸਕਦੇ ਆ ਜਿੱਥੇ ਕਿ ਉਹਨਾਂ ਦੇ ਬਾਰੇ ਹੀ ਫੈਸਲੇ ਹੁੰਦੇ ਆ। ਜਿੰਨਾ ਚਿਰ ਤੁਸੀਂ ਉਹਨਾਂ ਦਫ਼ਤਰਾਂ ਦੇ ਵਿੱਚ ਨਹੀਂ ਬਹਿੰਦੇ, ਉਹਨਾਂ ਪਾਰਟੀਆਂ ਦੇ ਵਿੱਚ ਨਹੀਂ ਬਹਿੰਦੇ ਜਿੱਥੇ ਕਿ ਆਮ ਲਕਾਈ ਦੇ ਫੈਸਲੇ ਹੁੰਦੇ ਆ, ਉਹਨਾਂ ਚਿਰ ਕਿਸੇ ਵੀ ਸਮਾਜ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਤੁਸੀਂ ਜਿੰਨਾ ਮਰਜ਼ੀ ਪੈਸਾ ਬਣਾ ਲਓ, ਤੁਸੀਂ ਜਿੰਨੇ ਮਰਜ਼ੀ ਵਪਾਰੀ ਤਕੜੇ ਬਣ ਜਾਓ, ਜਿੰਨੀ ਮਰਜ਼ੀ ਜ਼ਮੀਨ ਖਰੀਦ ਲਓ, ਜਦੋਂ ਤੱਕ ਤੁਸੀਂ ਸਰਕਾਰ ਦੇ ਉਸ ਹਿੱਸੇ ਦਾ ਅੰਗ ਨਹੀਂ ਬਣਦੇ ਜਿੱਥੇ ਕਿ ਲੋਕਾਂ ਬਾਰੇ ਫੈਸਲੇ ਹੁੰਦੇ ਆ, ਉਹਨਾਂ ਚਿਰ ਤੁਹਾਡਾ ਜਿਹੜਾ ਸਮਾਜ ਆ ਉਹ ਸੁਧਰ ਨਹੀਂ ਸਕਦਾ। ਸੋ ਇਹ ਇੱਕ ਵੱਡੀ ਗੱਲ ਜਿਹੜੀ ਆ ਹੁਣ ਹੋਈ ਆ ਕਿ ਮਾਰਕ ਸਿਮੋਨ ਜਿਹੜੇ ਆ ਉਹ ਹੁਣ ਉੱਥੇ ਬੈਠਣਗੇ ਜਿੱਥੇ ਕਿ ਮੂਲ ਨਿਵਾਸੀਆਂ ਸਮੇਤ ਪੂਰੇ ਕੈਨੇਡਾ ਵਾਸੀਆਂ ਦੇ ਜਿਹੜੇ ਆ ਫੈਸਲੇ ਹੋਣੇ ਆ। ਕੈਨੇਡਾ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਘਰਾਂ ਦੀ ਮਾਰਕੀਟ ਜਿਹੜੀ ਇੱਕ ਦਿਲਚਸਪ ਮੁੱਦਾ ਬਣਿਆ ਰਹਿੰਦਾ। ਲੋਕ ਜਿਹੜੇ ਹਮੇਸ਼ਾ ਜਾਣਨਾ ਚਾਹੁੰਦੇ ਰਹਿੰਦੇ ਆ ਕਿ ਘਰਾਂ ਦੀ ਮਾਰਕੀਟ ਲਈ ਇਸ ਵੇਲੇ ਕੀ ਹੋ ਰਿਹਾ ਆ। ਕੈਨੇਡਾ ਦੇ ਵਿੱਚ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਇੱਕ ਅਰਧ ਸਰਕਾਰੀ ਅਦਾਰਾ ਜਿਹੜਾ ਕਿ ਇੰਸ਼ੋਰੈਂਸ ਪ੍ਰੋਵਾਈਡ ਕਰਦਾ ਬੈਂਕਾਂ ਨੂੰ। ਜਿਹਨਾਂ ਲੋਕਾਂ ਨੇ 20% ਤੋਂ ਘੱਟ ਡਾਊਨ ਪੇਮੈਂਟ ਦੇ ਕੇ ਘਰ ਖਰੀਦਣਾ ਹੁੰਦਾ, ਬੈਂਕਾਂ ਕਹਿੰਦੀਆਂ ਕਿ ਕੱਲ੍ਹ ਨੂੰ ਕੀਮਤਾਂ ਘੱਟ ਗਈਆਂ, ਤੁਹਾਡਾ ਡਾਊਨ ਥੋੜ੍ਹਾ ਆਇਆ, 5-10% ਦਿੱਤਾ ਹੋਇਆ, ਤੁਸੀਂ ਘਰ ਛੱਡ ਕੇ ਭੱਜ ਗਏ, ਸਾਡੇ ਪੈਸੇ ਮਰ ਜਾਣਗੇ, ਉਹਨਾਂ ਦਾ ਜ਼ਿੰਮੇਵਾਰ ਕੌਣ ਆ? ਉਹਦੇ ਵਾਸਤੇ ਇੱਕ ਇੰਸ਼ੋਰੈਂਸ ਕਰਵਾਈ ਜਾਂਦੀ ਆ ਜਿਹੜੇ ਕਿ ਇੰਸ਼ੋਰੈਂਸ ਦੇ ਪੈਸੇ ਘਰ ਖਰੀਦਣ ਵਾਲਾ, ਮੌਰਗੇਜ ਲੈਣ ਵਾਲਾ ਜਿਹੜਾ ਆ ਉਹ ਵਿਅਕਤੀ ਦਿੰਦਾ। ਸੋ ਇਹ ਜਿਹੜੀ ਇਹ ਵੱਡੀ ਕੰਪਨੀ ਆ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ, ਇਹਨਾਂ ਨੇ ਬੀਤੇ ਸਾਲ ਕੁਝ ਕਾਨੂੰਨ ਜਿਹੜੇ ਆ ਸਖਤ ਕਰ ਦਿੱਤੇ ਸੀਗੇ। ਆਪਣਾ ਕ੍ਰੈਡਿਟ ਸਕੋਰ ਜਿਹੜਾ ਸੀਗਾ ਉਹ ਵਧਾ ਦਿੱਤਾ ਸੀਗਾ, ਹੋਰ ਨਿੱਕੀਆਂ ਕੁਝ ਗੱਲਾਂ ਜਿਹੜੀਆਂ ਉਹਨਾਂ ਵਿੱਚ ਸਖਤੀ ਕਰ ਦਿੱਤੀ ਸੀ। ਪਰ ਹੁਣ 1 ਸਾਲ ਬਾਅਦ ਉਹਨਾਂ ਨੇ ਆਪਣੀ ਗਲਤੀ ਕਬੂਲੀ ਆ। ਉਹ ਕਹਿੰਦੇ ਵੀ ਸਾਨੂੰ ਇਸ ਗਲਤੀ ਦਾ ਖਮਿਆਜ਼ਾ ਇਹ ਭੁਗਤਣਾ ਪਿਆ ਕਿ ਸਾਡੇ ਨਾਲ ਜਿਹੜੀਆਂ ਕੰਪੀਟੀਟਰ ਕੰਪਨੀ ਸੀਗੀਆਂ ਪ੍ਰਾਈਵੇਟ, ਉਹ ਅੱਗੇ ਲੰਘ ਗਈਆਂ। ਸਾਡਾ ਮਾਰਕੀਟ ਸ਼ੇਅਰ ਜਿਹੜਾ ਆ ਉਹਨਾਂ ਨੇ ਹਥਿਆ ਲਿਆ, ਜਿਸ ਕਰਕੇ ਹੁਣ ਜਿਹੜਾ ਕੱਲ੍ਹ ਲੰਘਿਆ ਸੋਮਵਾਰ ਆ
ਇਸ ਤੋਂ CMHC ਨੇ ਜਿਹੜੇ ਆ ਕੁਛ ਢਿੱਲ ਦੇ ਦਿੱਤੀ ਆ। ਜਿਹੜਾ ਕ੍ਰੈਡਿਟ ਸਕੋਰ ਜਿਹੜਾ ਉਹ 680 ਮੰਗਦੇ ਸੀ ਇੰਸ਼ੋਰੈਂਸ ਕਰਾਉਣ ਵਾਸਤੇ, ਉਹ 600 ਤੇ ਲੈ ਆਂਦਾ ਆ। ਤੇ ਕੁਝ ਹੋਰ ਜਿਹੜੀਆਂ ਨਰਮੀਆਂ ਵੀ ਕੀਤੀਆਂ ਗਈਆਂ ਆ ਤਾਂ ਕਿ ਜਿਹੜਾ ਉਹਨਾਂ ਦੇ ਕੋਲੋਂ ਲੂਜ਼ ਹੋਇਆ ਗਵਾਚਾ ਜਿਹੜਾ ਮਾਰਕੀਟ ਸ਼ੇਅਰ ਹੈਗਾ ਇੰਸ਼ੋਰੈਂਸ ਦਾ ਉਹ ਵਾਪਸ ਆ ਸਕੇ। ਸੋ ਇਹਦੇ ਨਾਲ ਉਹ ਲੋਕ ਜਿਹੜਾ ਨੇ 20% ਤੋਂ ਘੱਟ ਡਾਊਨ ਦੇਣਾ ਆ, ਉਹਨਾਂ ਦੀ ਮੌਰਗੇਜ ਜਿਹੜੀ ਆ ਹੁਣ ਥੋੜ੍ਹੀ ਜਿਹੀ ਹੋਰ ਸੌਖੀ ਹੋ ਸਕਦੀ ਆ। ਇਸੇ ਦੌਰਾਨ ਜੇ ਵੈਨਕੂਵਰ ਸਰੀ ਇਲਾਕੇ ਦੀ ਗੱਲ ਕਰੀਏ ਤਾਂ ਇੱਥੇ ਮਾਰਕੀਟ ਜਿਹੜੀ ਆ ਉਹ ਪਹਿਲਾਂ ਵਾਂਗੂ ਉਬਲਦੀ ਨਹੀਂ ਹੈਗੀ, ਪਰ ਰੀਅਲ ਸਟੇਟ ਬੋਰਡ ਦਾ ਕਹਿਣਾ ਆ ਕਿ ਹੱਲੇ ਵੀ ਕੋਸੀ ਜਿਹੀ ਚੱਲ ਰਹੀ ਆ। ਜਿੱਦਾਂ ਇਹ ਕਹਿ ਸਕਦੇ ਹਾਂ ਕਿ ਇੱਕਦਮ ਉਬਲਣ ਤੋਂ ਬਾਅਦ ਤੱਤੀ ਹੈਗੀ ਆ, ਠੰਡੀ ਨਹੀਂ ਹੋਈ। ਸੋ ਘਰ ਜਿਹੜੇ ਆ ਹੱਲੇ ਵੀ ਵਿਕ ਰਹੇ ਆ, ਪਰ ਅੱਗੇ ਵਾਂਗੂ ਮਲਟੀਪਲ ਆਫਰਸ ਜਿਹੜੀਆਂ ਆ ਉਹ ਨਹੀਂ ਆ ਰਹੀਆਂ। ਅਤੇ ਘਰ ਵੀ ਉਹ ਜਿਹੜੇ ਪੂਰੀ ਪ੍ਰਾਈਸ 'ਤੇ ਵਿਕ ਰਹੇ ਆ, ਜਿਹੜੇ ਕਿ ਚੰਗੇ ਘਰ ਆ, ਜਿਨ੍ਹਾਂ ਘਰਾਂ ਦੇ ਵਿੱਚ ਕੋਈ ਨੁਕਸ ਆ, ਕਾਣ ਆ, ਉਹ ਖੜੇ ਆ। ਜਾਂ ਉਹ ਘਰ ਜਿਨ੍ਹਾਂ ਦੀ ਕਿ ਕੀਮਤ ਹੀ ਬਣਦੀ ਕੀਮਤ ਤੋਂ 2-3 ਲੱਖ ਉੱਪਰ ਲਾਈ ਹੋਈ ਆ, ਮੰਗਦੇ ਜ਼ਿਆਦਾ ਆ, ਉਹ ਜਿਹੜੇ ਆ ਵਿਕਣ ਦੇ ਵਿੱਚ ਪਰੇਸ਼ਾਨੀ ਆ ਰਹੀ ਆ। ਇਸੇ ਦੌਰਾਨ ਬੈਂਕ ਆਫ ਮੌਂਟਰੀਅਲ ਦੇ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਨੇ ਇੱਕ ਗੱਲ ਦੱਸੀ ਆ। ਉਹ ਕਹਿੰਦੇ ਵੀ ਕੈਨੇਡਾ ਦੇ ਵਿੱਚ ਲੋਕਾਂ ਦੀ ਜੇਬ 'ਚ ਪੈਸਾ ਬਹੁਤ ਹੋ ਗਿਆ। ਜੇਬ 'ਚ ਪੈਸਾ ਮਤਲਬ ਇਹ ਨਹੀਂ ਕਿ ਤੁਹਾਡੀ ਆਪਣੀ ਪਰਸਨਲ ਜੇਬ ਦੇ ਵਿੱਚ ਪੈਸਾ ਹੋ ਗਿਆ, ਮਤਲਬ ਕਿ ਇਕੁਇਟੀ ਬਹੁਤ ਵੱਧ ਗਈ ਆ। ਉਹ ਕਹਿੰਦੇ ਘਰਾਂ ਦੀਆਂ ਕੀਮਤਾਂ ਵਧਣ ਦੇ ਕਾਰਨ ਜਿਹੜੇ ਪੁਰਾਣੇ ਲੋਕ ਆਏ ਹੋਏ, ਜਿਹਨਾਂ ਨੇ ਪਹਿਲਾਂ ਘਰ ਲਏ ਹੋਏ ਆ, ਉਹਨਾਂ ਦੇ ਖਜ਼ਾਨੇ ਭਰ ਗਏ ਆ। ਅਤੇ ਉਹ ਕਹਿੰਦੇ ਵੀ ਤਕਰੀਬਨ 17% ਵਾਧਾ ਕਰੋਨਾ ਕਾਲ ਦੇ ਦੌਰਾਨ ਹੀ ਦੇਖਿਆ ਗਿਆ ਆ। ਕੈਨੇਡਾ ਦੀ ਜਿਹੜੀ ਇਕੁਇਟੀ ਆ, ਨੈੱਟ ਵਰਥ ਹੈਗੀ ਆ ਹੋਮ ਰੈਜ਼ੀਡੈਂਸ਼ੀਅਲ ਦੇ ਵਿੱਚ, ਉਹ ਤਕਰੀਬਨ $14 ਟ੍ਰਿਲੀਅਨ ਕਹਿੰਦੇ ਹੋ ਗਈ ਆ। ਇਹ ਬਹੁਤ ਵੱਡਾ ਜੰਪ ਆ। ਸੋ ਇਸ ਸਮੇਂ ਦੇ ਦੌਰਾਨ ਕਰੋਨਾ ਕਾਲ ਦੇ ਦੌਰਾਨ ਹੀ $2 ਟ੍ਰਿਲੀਅਨ ਜਿਹੜਾ ਆ ਇਹ ਵਾਧਾ ਹੋਇਆ ਇਸ ਨੈੱਟਵਰਥ ਦੇ ਵਿੱਚ। ਜੇ ਸਿੱਧੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਉਣੀ ਗੱਲ ਹੋਵੇ ਉਹ ਇਹ ਆ, ਉਹ ਕਹਿੰਦੇ ਵੀ ਜਿਹੜਾ ਐਵਰੇਜ ਘਰ ਕੈਨੇਡਾ ਦਾ ਹੈਗਾ ਆ, ਜਿਹੜੇ ਬੰਦੇ ਨੇ ਪਹਿਲਾਂ ਘਰ ਲਿਆ ਆ, ਉਹਦੇ ਘਰ ਦੇ ਵਿੱਚ ਹੁਣ ਘੱਟੋ ਘੱਟ $1 ਮਿਲੀਅਨ ਪਿਆ ਅੱਜ ਤਾਂ। ਉਹ ਕਹਿੰਦੇ ਵੀ ਫੋਰ ਐਗਜ਼ਾਮਪਲ ਤੁਹਾਡਾ $1.5 ਮਿਲੀਅਨ ਦਾ ਘਰ ਆ, ਤੁਹਾਡੀ ਮੌਰਗੇਜ ਜਿਹੜੀ ਆ ਪਹਿਲੇ 5 ਲੱਖ ਸੀਗੀ, ਜਦੋਂ ਤੁਸੀਂ 7 ਲੱਖ ਦਾ ਘਰ ਲਿਆ ਸੀ ਉਦੋਂ ਵੀ 5 ਲੱਖ ਹੀ ਸੀਗੀ। ਜਦੋਂ ਫਿਰ ਉਹ 8 ਦਾ ਹੋ ਗਿਆ ਫਿਰ ਵੀ 5 ਹੀ ਆ, ਜਦੋਂ 10 ਦਾ ਹੋ ਗਿਆ ਫਿਰ ਵੀ ਮੌਰਗੇਜ 5 ਆ, ਸਮਾਂ ਘਟੀ ਆ। ਜਦੋਂ ਉਹ ਘਰ 15 ਲੱਖ ਦਾ ਹੋ ਗਿਆ ਤਾਂ ਉਹਦੇ ਵਿੱਚ ਜਿਹੜਾ ਪੈਸਾ ਤੁਹਾਡਾ ਡਾਊਨ ਪੇਮੈਂਟ ਉਹ ਵੱਧ ਗਈ ਆ। ਇਸ ਕਰਕੇ ਐਵਰੇਜ ਤੌਰ ਦੇ ਉੱਤੇ ਕਈਆਂ ਦੇ ਵੱਧ ਵੀ ਹੋਣਗੇ, ਕਈਆਂ ਦੇ ਘੱਟ ਵੀ ਹੋਣਗੇ, ਪਰ ਕੈਨੇਡਾ ਦੀ ਜਿਹੜੀ ਐਵਰੇਜ ਆ $1 ਮਿਲੀਅਨ ਹਰੇਕ ਦੇ ਘਰ ਦੇ ਵਿੱਚ ਜਿਹੜਾ ਕੈਸ਼ ਪਿਆ ਆ। ਉਹ ਕਹਿੰਦੇ ਇਸੇ ਕਰਕੇ ਲੋਕ ਜਿਹੜੇ ਆ ਹੌਸਲੇ ਵਿੱਚ ਆ, ਖਰੀਦਦਾਰੀ ਜਿਹੜੀ ਆ ਉਹ ਕਰ ਰਹੇ ਆ। ਇਸੇ ਦੌਰਾਨ ਇੱਕ ਸਰਵੇ ਜਿਹੜਾ ਚੀਨ ਅਤੇ ਹਾਂਗਕਾਂਗ ਦੇ ਵਿੱਚ ਹੋਇਆ, ਇਸ ਸਰਵੇ ਦੇ ਵਿੱਚ 69% ਲੋਕਾਂ ਨੇ ਗੱਲ ਕਹੀ ਆ ਕਿ ਉਹ ਕੈਨੇਡਾ ਮੂਵ ਹੋਣਾ ਚਾਹੁੰਦੇ ਆ, ਤਿਆਰੀ ਵਿੱਚ ਆ ਵੀ ਜਦੋਂ ਵੀ ਕੋਈ ਮੌਕਾ ਮਿਲਦਾ ਤਾਂ ਉਹ ਆਪਣੀ ਨਵੀਂ ਜ਼ਿੰਦਗੀ ਜਿਹੜੀ ਆ ਕੈਨੇਡਾ ਦੇ ਵਿੱਚ ਜਾ ਕੇ ਸ਼ੁਰੂ ਕਰਨੀ ਚਾਹੁੰਦੇ ਆ। ਇਹ ਸਰਵੇ ਇਕੱਲੇ ਚੀਨ ਦਾ ਆ। ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਸ਼ਾਇਦ ਇਹ ਸਰਵੇਖਣ ਜਿਹੜਾ ਆ ਹੋਰ ਵੀ ਉੱਪਰ ਜਾ ਸਕਦਾ ਆ। ਗੱਲ ਕਰੀਏ ਸਾਡੇ ਮੋਢੀ ਬਜ਼ੁਰਗਾਂ ਦੀ, ਜਿਹੜਾ ਕੈਨੇਡਾ ਆਪਾਂ ਜੀ ਰਹੇ ਹਾਂ, ਅਸੀਂ ਪੰਜਾਬੀ ਦੇਖ ਰਹੇ ਹਾਂ, ਮਾਣ ਰਹੇ ਹਾਂ, ਹਮੇਸ਼ਾ ਇੱਦਾਂ ਨਹੀਂ ਸੀਗਾ। ਅੱਜ ਅਸੀਂ ਜਾਂਦੇ ਹਾਂ ਸਟੋਰ ਦੇ ਵਿੱਚ, ਸਾਨੂੰ ਖਾਣ ਵਾਲਾ ਸਮਾਨ ਪੰਜਾਬ ਨਾਲੋਂ ਵੀ ਵਧੀਆ ਸਵਾਦ ਮਿਲਦਾ, ਸਾਫ਼ ਸੁਥਰਾ ਮਿਲਦਾ। ਹਮੇਸ਼ਾ ਇੱਦਾਂ ਨਹੀਂ ਸੀਗਾ। ਸਾਨੂੰ ਕੱਪੜੇ ਜਿਹੜੇ ਲੀੜੇ ਆਪਣੇ ਪਾ ਕੇ ਜਾਣ ਦੀ ਖੋਲ੍ਹਿਆ ਕੁੜਤੇ ਪਜਾਮੇ ਸੂਟ ਪਾਈ ਫਿਰਦੇ ਹਾਂ, ਹਮੇਸ਼ਾ ਇੱਦਾਂ ਨਹੀਂ ਸੀਗਾ। ਆਂਡੇ ਪੈਂਦੇ ਹੁੰਦੇ ਸੀਗੇ ਇੱਥੇ, ਜੇ ਕੋਈ ਸੂਟ ਪਾ ਕੇ ਨਿਕਲਦਾ ਸੀਗਾ ਜਾਂ ਕੋਈ ਪੰਜਾਬੀ ਪਹਿਰਾਵਾ ਪਾ ਕੇ ਨਿਕਲਦਾ ਸੀ। ਇੰਨਾ ਨਸਲਵਾਦ, ਇੰਨਾ ਵਿਤਕਰਾ ਜਿਹੜਾ ਇੱਥੇ ਸਾਡੇ ਬਜ਼ੁਰਗਾਂ ਨੇ ਝੱਲਿਆ ਆ। ਬਹੁਤਿਆਂ ਨੇ ਜਿਹੜੇ ਕੇਸ ਇਸ ਕਰਕੇ ਕਟਵਾਏ, ਕਈ ਕੰਮ ਨਹੀਂ ਸੀ ਮਿਲਦਾ ਹੁੰਦਾ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮੁੱਢੀ ਬਜ਼ੁਰਗ ਸੀਗੇ, ਉਹਨਾਂ ਦੇ ਵਿੱਚੋਂ ਕਈ ਅਜਿਹੇ ਸੀਗੇ, ਚਾਹੇ ਪਾਲਦੀ ਵਾਲੇ ਆ, ਚਾਹੇ ਬੜੈਚ ਨੇ, ਜਾਂ ਜਿਹਨਾਂ ਦੀ ਮੈਂ ਹੁਣ ਗੱਲ ਕਰਨ ਲੱਗਾ ਸਰਦਾਰ ਆਸਾ ਸਿੰਘ ਜੌਹਲ ਹੋਣਾ ਦੀ। ਇਹ ਬਜ਼ੁਰਗ ਜਿਹੜੇ ਆ ਇਹਨਾਂ ਨੇ ਸਿਰਫ ਆਪ ਮਿਹਨਤ ਹੀ ਨਹੀਂ ਕੀਤੀ, ਬਲਕਿ ਮਿਹਨਤ ਕਰਕੇ ਇਸ ਮੁਕਾਮ ਦੇ ਉੱਤੇ ਧਨਾਡਾਂ 'ਚ ਸ਼ਾਮਲ ਹੋਏ ਕਿ ਹੋਰ ਹਜ਼ਾਰਾਂ ਲੋਕਾਂ ਨੂੰ ਜਿਹੜਾ ਉਹਨਾਂ ਨੇ ਰੁਜ਼ਗਾਰ ਦਿੱਤਾ। ਸੋ ਜੋ ਨਜ਼ਾਰੇ, ਜੋ ਖੁੱਲ੍ਹਾ ਅਸੀਂ ਅੱਜ ਕੈਨੇਡਾ ਵਿੱਚ ਮਾਣ ਰਹੇ ਹਾਂ, ਕਈ ਵਾਰੀ ਮੋਢਿਆਂ ਤੋਂ ਵੀ ਥੁੱਕਣ ਲੱਗ ਪੈਂਦੇ ਹਾਂ ਵੀ ਖਰੇ ਇਹ ਮੇਰਾ ਹੱਕ ਬਣਦਾ ਸੀਗਾ। ਇਹ ਭੁੱਲ ਜਾਣਾ ਨਹੀਂ ਚਾਹੀਦਾ ਕਿ ਕਦੀ ਵੀ ਕਿ ਇਹ ਸਾਰਾ ਕੁਝ ਸਾਡੇ ਇਹਨਾਂ ਬਜ਼ੁਰਗਾਂ ਦਾ ਦਿੱਤਾ ਹੋਇਆ, ਜਿਨ੍ਹਾਂ ਨੇ ਕਿ ਬਹੁਤ ਮਿਹਨਤ ਕਰਕੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਪੈਰ ਲਾਏ ਆ। ਇਹ ਅਕਸ ਜਿਹੜਾ ਉਹਨਾਂ ਨੇ ਬਣਾਇਆ ਸਾਡਾ ਮਿਹਨਤ ਵਾਲਾ, ਦ੍ਰਿੜਤਾ ਵਾਲਾ, ਇਹ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਆ। ਅਜਿਹੇ ਹੀ ਬਜ਼ੁਰਗ ਸਰਦਾਰ ਆਸਾ ਸਿੰਘ ਜੌਹਲ ਜਿਹੜੇ ਆ 99 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਆ। ਸੋ ਉਹਨਾਂ ਦੀ ਜਿਹੜੀ ਮੌਤ ਆ ਉਹ ਇੱਕ ਬਹੁਤ ਵੱਡਾ ਘਾਟਾ ਮੈਂ ਕਹਿ ਸਕਦਾ ਹਾਂ, ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੇ ਕੈਨੇਡਾ ਦੇ ਵਿੱਚ ਸਾਨੂੰ ਸਫਲ ਹੋਣ ਦੇ ਵਿੱਚ ਰਾਹ ਦਿਖਾਇਆ। ਹੋਇਆ ਇਸ ਤਰ੍ਹਾਂ ਸੀਗਾ ਕਿ ਅੰਗਰੇਜ਼ੀ ਰਾਜ ਦੇ ਵਿੱਚ ਸਿੱਖ ਫੌਜੀ ਭਰਤੀ ਕੀਤੇ ਜਾਂਦੇ ਸੀ ਬ੍ਰਿਟਿਸ਼ ਫੌਜ ਵੱਲੋਂ। ਉਹ ਫੌਜੀ ਹਾਂਗਕਾਂਗ ਅਤੇ ਹੋਰ ਅੱਡਿਆਂ ਦੇ ਉੱਤੇ ਲਿਜਾਏ ਜਾਂਦੇ ਸੀਗੇ। ਜਿਹੜੇ ਉਹਨਾਂ ਦੀ ਔਲਾਦ ਸੀਗੀ ਉਹਨੂੰ ਫਿਰ ਜਿੱਥੇ ਜਿੱਥੇ ਬ੍ਰਿਟਿਸ਼ ਬਸਤੀਆਂ ਸੀਗੀਆਂ ਉੱਥੇ ਕੰਮ ਕਰਨ ਦੇ ਵਾਸਤੇ ਲੇਬਰ ਦੇ ਤੌਰ ਦੇ ਉੱਤੇ ਲਿਜਾਇਆ ਜਾਂਦਾ ਸੀਗਾ। ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਜਿਹੜੇ ਸਿੱਖ ਹੈਗੇ ਆ ਪੰਜਾਬ ਤੋਂ ਪਹੁੰਚੇ ਆ, ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਸੈਟਲ ਹੋਣ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਸੀਗੀ। ਇਹਨਾਂ ਨੂੰ ਕਦੀ ਹੌਂਡੂਰਸ ਲਿਜਾਣ ਦੀ ਗੱਲ ਚੱਲ ਰਹੀ ਸੀ, ਇਹਨਾਂ ਨੂੰ ਵੋਟ ਦਾ ਹੱਕ ਨਹੀਂ ਸੀ। ਸੋ ਬਹੁਤ ਸਾਰੀਆਂ ਉਦੋਂ ਦੁਸ਼ਵਾਰੀਆਂ ਸੀਗੀਆਂ। ਤਾਂ 1905 ਦੇ ਵਿੱਚ ਪ੍ਰਤਾਪ ਸਿੰਘ ਜੌਹਲ ਹੋਣੀ ਉਸ ਵੇਲੇ ਕੈਨੇਡਾ ਦੇ ਵਿੱਚ ਆਏ ਸੀ, ਵੈਨਕੂਵਰ ਇਲਾਕੇ ਵਿੱਚ ਆਏ ਸੀਗੇ। ਵਿਸਲਰ ਸਕੋਮਿਸ਼ ਅਰਲ
ਉਹਨਾਂ ਦੀ ਜਿਹੜੀ ਇੱਕ ਉਹਨਾਂ ਨੇ ਲੰਬਰ ਦਾ ਕੰਮ ਸ਼ੁਰੂ ਕੀਤਾ ਸੀਗਾ। ਉਹਨਾਂ ਦਾ ਬੇਟਾ ਆਸਾ ਸਿੰਘ ਜੌਹਲ, ਉਹ ਮੁੜ ਕੇ ਉਸਨੇ ਆ ਕੇ ਕੰਮ ਸੰਭਾਲਿਆ। 18 ਸਾਲ ਦੀ ਏਜ ਦੇ ਵਿੱਚ ਟਰਮੀਨਲ ਫੋਰੈਸਟ ਪ੍ਰੋਡਕਟਸ ਕੰਪਨੀ ਜਿਹੜੀ ਆ ਖੜੀ ਕੀਤੀ ਹੈ, ਜਿਹੜੀ ਕਿ ਹਾਲੇ ਤੱਕ ਵੀ ਚੱਲ ਰਹੀ ਆ। ਹਜ਼ਾਰਾਂ ਇਹਦੇ ਵਿੱਚ ਲੋਕ ਕੰਮ ਕਰ ਰਹੇ, ਜਿਨ੍ਹਾਂ 'ਚ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਆ। ਕੋਈ ਸਮਾਂ ਸੀ ਅੱਜ ਤੋਂ 20-25 ਸਾਲ ਪਹਿਲਾਂ ਕਿ ਬਹੁਤ ਲੋਕ ਜਿਹੜੇ ਮਿੱਲਾਂ 'ਚ ਕੰਮ ਕਰਦੇ ਹੁੰਦੇ ਸੀ, ਪੰਜਾਬ ਤੋਂ ਨਵੇਂ ਆਏ ਬੰਦੇ ਨੂੰ ਜੇ ਕੋਈ ਕੰਮ ਨਹੀਂ ਮਿਲਦਾ ਸੀਗਾ ਤਾਂ ਇਹੀ ਕਹਿੰਦੇ ਹੁੰਦੇ ਸੀ ਚਲੋ ਕੋਈ ਗੱਲ ਨਹੀਂ, ਤੁਹਾਨੂੰ ਆਸੇ ਜੌਹਲ ਦੀ ਮਿਲ 'ਚ ਲੈ ਚੱਲਦੇ ਹਾਂ, ਉੱਥੇ ਕੋਈ ਨਾ ਕੋਈ ਕੰਮ ਤਾਂ ਜਿਹੜਾ ਮਿਲ ਹੀ ਜਾਣਾ ਆ। ਅਤੇ ਆਸਾ ਸਿੰਘ ਜੌਹਲ ਜਿੱਥੇ ਕਿ ਇੱਕ ਗਰੀਬ ਇਮੀਗ੍ਰੈਂਟ ਤੋਂ ਬਹੁਤ ਵੱਡੇ ਧਨਾੜ ਤੱਕ ਦਾ ਉਹਨਾਂ ਨੇ ਸਫ਼ਰ ਤੈਅ ਕੀਤਾ, ਪਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ। ਗੁਰੂ ਨਾਨਕ ਨਿਵਾਸ ਗੁਰਦੁਆਰਾ ਰਿਚਮੰਡ ਸਾਹਿਬ, ਉਹਨਾਂ ਦੀ ਸਥਾਪਨਾ ਦੇ ਵਾਸਤੇ ਕੋਈ ਹਸਪਤਾਲ, ਕੋਈ ਹੋਰ ਚੈਰਿਟੀ, ਕੋਈ ਵੀ ਉਹਨਾਂ ਕੋਲ ਜਾਂਦਾ ਸੀ ਖਾਲੀ ਹੱਥ ਨਹੀਂ ਸੀ ਮੁੜਦਾ। ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਾਲਾਨਾ ਦਾਨ ਕਰਦੇ ਰਹੇ ਆ, ਕਿਸੇ ਨੂੰ ਖਾਲੀ ਹੱਥ ਜਿਹੜਾ ਆ ਨਹੀਂ ਮੋੜਦੇ ਸੀਗੇ। ਸੋ ਉਹਨਾਂ ਦੇ ਨਾਲ ਕੰਮ ਕਰਦੇ ਜਿਹੜੇ ਆ ਲੋਕ, ਉਹਨਾਂ ਨੇ ਗਾਹਾਂ ਬਾਅਦ 'ਚ ਨਿਕਲ ਕੇ ਉਹਨਾਂ ਤੋਂ ਬਹੁਤ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ, ਵੱਡੇ ਵੱਡੇ ਵਪਾਰੀ ਬਣੇ ਆ, ਵੱਡੇ ਵੱਡੇ ਬਿਜ਼ਨਸ ਖੋਲ੍ਹੇ ਆ, ਅਤੇ ਹਾਲੇ ਤੱਕ ਉਹ ਆਸਾ ਜੌਹਲ ਨੂੰ ਹੀ ਜਿਹੜਾ ਆਪਣਾ ਆ ਮੈਂਟਰ ਜਿਹੜਾ ਉਹ ਦੱਸ ਰਹੇ ਆ। ਸੋ ਅਜਿਹਾ ਇੱਕ ਬਜ਼ੁਰਗ ਜਿਹੜਾ ਆ ਉਹ ਕਾਲ ਚਲਾਣਾ ਕਰ ਗਿਆ, ਅਤੇ ਉਸ ਦੇ ਕਾਲ ਚਲਾਣੇ ਦਾ ਦੁੱਖ ਇਸ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਹੋ ਰਿਹਾ ਆ ਕਿ ਅਸੀਂ ਉਹ ਨਿਆਮਤਾਂ ਖੁੱਲ੍ਹਾਂ ਜਿਹੜੀਆਂ ਇਹਨਾਂ ਬਜ਼ੁਰਗਾਂ ਕਰਕੇ ਜਿਹੜੀਆਂ ਮਾਣ ਰਹੇ ਹਾਂ। ਕਈ ਵਾਰੀ ਸਾਡੀ ਨਵੀਂ ਪੀੜ੍ਹੀ ਇਹ ਗੱਲ ਸਮਝਦੀ ਨਹੀਂ, ਪਰ ਅਜਿਹੇ ਬਜ਼ੁਰਗਾਂ ਬਾਰੇ ਪੜ੍ਹਨਾ ਚਾਹੀਦਾ, ਚਾਹੇ ਇੱਥੇ ਜੰਪਲ ਨੇ ਜਾਂ ਪੰਜਾਬ ਤੋਂ ਆਏ ਆ, ਕਿ ਅਸੀਂ ਇਹ ਨਜ਼ਾਰੇ ਜਿਹੜੇ ਲੈ ਰਹੇ ਹਾਂ ਉਹ ਇਹਨਾਂ ਬਜ਼ੁਰਗਾਂ ਦੀ ਬਦੌਲਤ ਆ। ਇਹਨਾਂ ਦਾ ਜਿੰਨਾ ਸਤਿਕਾਰ ਹੋ ਸਕੇ ਉਨਾ ਹੀ ਥੋੜ੍ਹਾ ਆ। ਜੇ ਆਪਾਂ ਗੱਲ ਕਰੀਏ ਸਰੀ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਰਾਤ ਤਕਰੀਬਨ 9 99 ਐਵਨਿਊ ਦੇ ਲਾਗਿਓਂ ਇੱਕ ਔਰਤ ਦੀ ਜਿਹੜੀ ਕਿ ਜ਼ਖਮੀ ਹਾਲਤ ਵਿੱਚ ਸੀ, ਉਹ ਚਾਕੂ ਵੱਜੇ ਹੋਏ ਸੀਗੇ। ਉਸ ਤੋਂ ਬਾਅਦ ਪੁਲਿਸ ਜਿਹੜੀ ਘਟਨਾ ਸਥਾਨ 'ਤੇ ਪਹੁੰਚਦੀ ਹੈ। ਇਸ ਤੋਂ ਪਹਿਲਾਂ ਇੱਕ ਹਮਲਾਵਰ ਜਿਹੜਾ ਆ ਉਹ ਘਰ ਨੂੰ ਅੱਗ ਲਾ ਕੇ ਉੱਥੋਂ ਨਿਕਲ ਗਿਆ। ਇਹ ਖਬਰ ਜਿਹੜੀ ਆ ਬੜੀ ਹਿਰਦੇ ਵੇਦਕ ਆ। ਕਈ ਲੋਕਾਂ ਨੂੰ ਇਹ ਖਬਰ ਸੁਣ ਕੇ ਜਿਹੜਾ ਆ ਬਾਅਦ ਵਿੱਚ ਬਹੁਤ ਦੁੱਖ ਲੱਗਣਾ ਆ, ਪਰ ਖਬਰ ਦੇਣੀ ਜਿਹੜੀ ਬਹੁਤ ਜ਼ਰੂਰੀ ਆ। ਹੋਇਆ ਇਸ ਤਰ੍ਹਾਂ ਕਿ ਜਦੋਂ ਉਹ ਔਰਤ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ, ਉਹਨੇ ਫੋਨ ਕੀਤਾ ਪੁਲਿਸ ਨੂੰ, ਪੁਲਿਸ ਉੱਤੇ ਪਹੁੰਚਦੀ ਆ, ਅਤੇ ਜਿਹੜਾ ਸ਼ੱਕੀ ਹਮਲਾਵਰ ਆ ਉਹ ਘਰ ਨੂੰ ਅੱਗ ਲਾ ਕੇ ਉਹਦੀ ਹੀ ਕਾਰ ਲੈ ਕੇ ਉੱਥੋਂ ਫਰਾਰ ਹੋ ਜਾਂਦਾ। ਅਤੇ ਜਦੋਂ ਫਾਇਰ ਫਾਈਟਰਸ ਉੱਥੇ ਪਹੁੰਚਦੇ ਤਾਂ ਘਰ ਦੇ ਅੰਦਰੋਂ ਉਹਨਾਂ ਇੱਕ 5 ਸਾਲਾਂ ਦੇ ਮਾਸੂਮ ਬੱਚੇ ਦੀ ਜਿਹੜੀ ਆ ਲਾਸ਼ ਉਹ ਬਰਾਮਦ ਹੁੰਦੀ ਆ। ਹੁਣ ਪੁਲਿਸ ਜਿਹੜੀ ਹੈ ਇਸ ਗੱਲ ਦੀ ਜਾਂਚ ਕਰ ਰਹੀ ਆ ਕਿ ਜਿਹੜੇ ਬੱਚੇ ਦੀ ਮੌਤ ਹੋਈ ਆ ਉਹ ਚਾਕੂ ਵੱਜਣ ਕਰਕੇ ਹੋਈ ਆ ਉਸ ਹਮਲਾਵਰ ਵੱਲੋਂ, ਜਾਂ ਲਾਪਟਾਂ ਦੇ ਵਿੱਚ ਅੱਗ ਦੇ ਵਿੱਚ ਘਿਰ ਜਾਣ ਕਰਕੇ ਜਿਹੜੀ ਆ ਉਹਦੀ ਮੌਤ ਹੋਈ ਆ। ਇਹ ਸ਼ੱਕੀ ਹਮਲਾਵਰ ਜਿਹੜਾ ਕਿ ਕਾਰ ਲੈ ਕੇ ਭੱਜ ਗਿਆ ਸੀ, ਤਕਰੀਬਨ 35-40 ਮਿੰਟ ਬਾਅਦ ਉਹਦੀ ਕਾਰ ਨਜ਼ਦੀਕੀ ਪੋਰਟਮੈਨ ਬ੍ਰਿਜ ਦੇ ਉੱਤੇ ਖੜੀ ਮਿਲੀ। ਕੁਝ ਚਸ਼ਮਦੀਦ ਗਵਾਹਾਂ ਦੇ ਦੱਸਣ ਮੁਤਾਬਕ ਉਹਨੇ ਬ੍ਰਿਜ ਤੋਂ ਛਾਲ ਮਾਰ ਕੇ ਜਿਹੜੀ ਖੁਦਕੁਸ਼ੀ ਕਰ ਲਈ ਆ, ਕਿਉਂਕਿ ਢਲਮਾਰ ਸੀ MP ਇਸ ਗੱਲ ਦੀ ਜਾਂਚ ਕਰ ਰਹੀ ਹੈ। ਉਹਦੀ ਲਾਸ਼ ਲੱਭਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ। ਉਸ ਇਲਾਕੇ ਦੇ ਆਲੇ ਦੁਆਲੇ ਲੋਕਾਂ ਨਾਲ ਕੀਤੀ ਗੱਲਬਾਤ ਜਿਹੜਾ ਇਹੀ ਪਤਾ ਲੱਗਾ ਕਿ ਪਰਿਵਾਰ ਜਿਹੜਾ ਆ ਉਹ ਪੰਜਾਬੀ ਨਹੀਂ ਸੀ, ਚੀਨੀ ਮੂਲ ਦੇ ਨਾਲ ਸੰਬੰਧਿਤ ਜਿਹੜਾ ਪਰਿਵਾਰ ਜਾਪਦਾ ਆ। ਪਰਿਵਾਰ ਦੀ ਜਿਹੜੀ ਜਨਤਕ ਜਾਣਕਾਰੀ ਆ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ। ਇੰਨੀ ਗੱਲ ਜਿਹੜੀ ਜ਼ਰੂਰ ਦੱਸੀ ਗਈ ਆ ਕਿ ਇਹ ਜਿਹੜਾ ਪਰਿਵਾਰ ਸੀਗਾ ਬਹੁਤ ਹੀ ਸ਼ਾਂਤ ਸੀ ਆਂਢੀਆਂ ਗੁਆਂਢੀਆਂ ਦੇ ਮੁਕਾਬਲੇ ਦੱਸਣ ਮੁਤਾਬਕ, ਅਤੇ ਉਹ ਜਿਹੜਾ ਵਿਅਕਤੀ ਹਮਲਾਵਰ ਆ ਉਹ ਕਦੀ ਇੱਥੇ ਦੇਖਿਆ ਕਹਿੰਦੇ ਸੀ ਨਹੀਂ ਹੈਗਾ। ਅਤੇ ਇਸ ਦੇ ਨਾਲ ਹੀ ਇਹ ਵੀ ਗੱਲ ਪਤਾ ਲੱਗੀ ਆ ਪੁਲਿਸ ਦੇ ਦੱਸਣ ਮੁਤਾਬਕ ਕਿ ਹਮਲਾਵਰ ਜਿਹੜਾ ਆ ਇਸ ਪਰਿਵਾਰ ਤੋਂ ਜਾਣੂ ਸੀਗਾ, ਉਹਨਾਂ ਦਾ ਕੋਈ ਕਰੀਬੀ ਹੀ ਜਿਹੜਾ ਆ ਉਹ ਹੋ ਸਕਦਾ ਆ। ਗੱਲ ਕਰਦੇ ਆ ਰਿਪੋਰਟਰ ਵਿਦਆਊਟ ਬਾਰਡਰਸ ਦੀ। ਰਿਪੋਰਟਰ ਵਿਦਆਊਟ ਬਾਰਡਰਸ ਇੱਕ ਅੰਤਰਰਾਸ਼ਟਰੀ ਜਿਹੜੀ ਪੱਤਰਕਾਰਾਂ ਦੀ ਸੰਸਥਾ ਆ, ਜਿਹੜੀ ਸਮੇਂ-ਸਮੇਂ ਪੱਤਰਕਾਰਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਰਹਿੰਦੀ ਆ। ਦੁਨੀਆ ਭਰ ਦੇ ਵਿੱਚ ਜਦੋਂ ਪੱਤਰਕਾਰਾਂ ਦੀਆਂ ਆਵਾਜ਼ਾਂ ਬੁਲੰਦ ਕਰਨ ਦੀ ਗੱਲ, ਆਵਾਜ਼ਾਂ ਰੋਕਣ ਦੀ ਗੱਲ ਹੁੰਦੀ ਆ, ਤਾਂ ਇਹ ਪੱਤਰਕਾਰਾਂ ਨਾਲ ਖੜ੍ਹਦੀ ਆ। ਹਰ ਸਾਲ ਇਹਦੇ ਵੱਲੋਂ ਕਈ ਰਿਪੋਰਟਾਂ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ। ਹੁਣ ਇੱਕ ਜਿਹੜੀ ਆ ਰਿਪੋਰਟ, ਇੱਕ ਗੈਲਰੀ ਜਿਹੜੀ ਇਹਨਾਂ ਵੱਲੋਂ ਜਾਰੀ ਕੀਤੀ ਗਈ ਆ, ਜਿਹਦੇ ਵਿੱਚ ਉਹ 37 ਜਿਹੜੇ ਹੁਕਮਰਾਨ, ਉਹਨਾਂ ਦੇ ਚਿਹਰੇ ਜਿਹੜੇ ਆ ਦਿਖਾਏ ਗਏ ਆ, ਜਿਨ੍ਹਾਂ ਦੇ ਰਾਜ ਦੇ ਵਿੱਚ ਪੱਤਰਕਾਰਾਂ ਦੀ ਹਾਲਤ ਮਾੜੀ ਆ। ਇਹਨਾਂ ਨੂੰ ਪ੍ਰੈਡੇਟਰਸ ਕਿਹਾ ਗਿਆ ਆ, ਮਤਲਬ ਕਿ ਇਹ ਜਿਹੜੇ ਆ ਸ਼ੈਤਾਨ ਨੇ, ਇਹ ਜਿਹੜੇ ਇਹੋ ਜਿਹੇ ਜਾਨਵਰ ਨੇ ਜਿਹੜੇ ਕਿ ਪੱਤਰਕਾਰਾਂ ਨੂੰ ਖਬਰਾਂ ਦੇਣ ਤੋਂ, ਰਿਪੋਰਟਿੰਗ ਕਰਨ ਤੋਂ ਜਿਹੜੇ ਆ ਰੋਕਦੇ ਆ, ਉਹਨਾਂ ਦਾ ਮੂੰਹ ਬੰਦ ਕਰਦੇ ਆ। ਸੋ ਇਹਨਾਂ ਦੇ ਵਿੱਚ 37 ਜਾਣੇ ਜਿਹੜੇ ਆ ਰੱਖੇ ਗਏ ਆ, ਅਤੇ ਇਸ ਰਿਪੋਰਟ ਨੂੰ ਪ੍ਰੈਡੇਟਰਸ ਆਫ ਪ੍ਰੈਸ ਫਰੀडम ਦਾ ਨਾਂ ਦਿੱਤਾ ਗਿਆ ਆ, ਜਿਹੜੇ ਲੋਕ ਜਿਹੜੇ ਪ੍ਰੈਸ ਦੀ ਆਜ਼ਾਦੀ ਦੇ ਰਾਹ ਦੇ ਵਿੱਚ ਰੋੜਾ ਹੈਗੇ ਆ। ਸੋ ਇਹਨਾਂ 37 ਜਾਣਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਮਿਸਰ ਦੇ ਅਬਦਲ ਫਤਾ, ਬੇਲਾਰੂਸ ਦੇ ਅਲੈਗਜ਼ੈਂਡਰ ਲੁਕਾਸ਼ੈਂਕੋ, ਈਰਾਨ ਦੇ ਅਲ ਖਮੀਨੀ, ਸੀਰੀਆ ਦੇ ਬਸ਼ਰ ਅਲ ਅਸਾਦ, ਹਾਂਗਕਾਂਗ ਦੀ ਕੈਰੀ ਲੈਮ, ਇਸੇ ਤਰ੍ਹਾਂ ਨਿਕਾਰਾਗੁਆ ਦੇ ਜਿਹੜੇ ਹੁਕਮਰਾਨ ਨੇ ਡੈਨੀਅਲ ਓਰਟੇਗਾ, ਤਜਾਕਿਸਤਾਨ ਦੇ ਮਿਸਟਰ ਮੌਲਿਲ ਰਕਮੋਨ, ਸ਼੍ਰੀਲੰਕਾ ਦੇ ਗੁਟਾਬਿਆ ਰਾਜਾਪਕਸਾ, ਤੇ ਖਲੀਫਾ ਹਮਦ ਬਿਨ ਇਸਲਾਹ,
ਤੇ ਕੰਬੋਡੀਆ ਦੇ ਹਨਸੇਨ ਅਲ ਬਿਜ਼ਰਾਨ ਦੇ ਇਲਹਾਮ ਅਲੀਵ, ਪਾਕਿਸਤਾਨ ਦੇ ਇਮਰਾਨ ਖਾਨ ਨੂੰ ਵੀ ਇਸ ਲਿਸਟ ਦੇ ਵਿੱਚ ਰੱਖਿਆ ਗਿਆ ਆ। ਤੇ ਨਾਲ ਹੀ ਡਿਜਬੋਟੀ ਮੁਲਕ ਹੈਗਾ ਆ, ਉੱਥੋਂ ਦੇ ਇਸਮਾਇਲ ਉਮਾਰ ਨੂੰ, ਇਰੀਟਰੀਆ ਮੁਲਕ ਦੇ ਇਸਾਈਅਸ ਅਫਵਰਕੀ ਨੂੰ, ਬ੍ਰਾਜ਼ੀਲ ਦੇ ਜੇਰ ਬੋਲਸੋਨੈਰੋ ਨੂੰ, ਨਾਰਥ ਕੋਰੀਆ ਦੇ ਕਿਮ ਜੋਂਗ ਉਨ ਨੂੰ, ਸਿੰਗਾਪੁਰ ਦੇ ਲੀ ਹਿੰਗ ਲੂੰਗ ਨੂੰ, ਕਿਊਬਾ ਦੀ ਮੁਗਲ ਡਿਆਜ਼ ਕੈਨੈਲ ਨੂੰ, ਤੇ ਇਸ ਤਰ੍ਹਾਂ ਮਿਆਂਮਾਰ ਦੇ ਮਿਨ ਔਂਗ ਹਜ਼ਿੰਗ ਸਮੇਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਬੰਗਲਾਦੇਸ਼ ਦੀ ਰਾਸ਼ਟਰਪਤੀ ਸ਼ੇਖ ਹਸੀਨਾ ਨੂੰ, ਅਤੇ ਹੋਰ ਬਹੁਤ ਸਾਰੇ ਜਿਹੜੇ ਨਾਂ ਆ, ਲਿਸਟ ਲੰਮੀ ਹੋ ਜਾਣੀ ਆ। ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਆ ਵਲਾਦੀਮੀਰ ਪੁਤਿਨ ਨੂੰ ਇਸ ਸੂਚੀ ਦੇ ਵਿੱਚ ਜਿਹੜਾ ਆ ਉਹ ਰੱਖਿਆ ਗਿਆ ਆ। ਇਹਨਾਂ ਦੇ ਉੱਤੇ ਦੋਸ਼ ਇਹੀ ਲਾਏ ਗਏ ਆ ਕਿ ਇਹ ਗਾਹੇ ਬਗਾਏ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਧੱਬਾ ਨੇ, ਇਹ ਪੱਤਰਕਾਰਾਂ ਨੂੰ ਰਿਪੋਰਟਿੰਗ ਕਰਨ ਤੋਂ ਰੋਕਦੇ ਆ। ਇਸ ਦੇ ਨਾਲ ਹੀ ਪੱਤਰਕਾਰਾਂ ਦੇ ਉੱਤੇ ਜ਼ੁਲਮ ਕੀਤੇ ਜਾਂਦੇ ਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਆ, ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਜਾਂਦੇ ਆ। ਸੋ ਇਹ 37 ਜਾਣੇ ਜਿਹੜੇ ਆ ਇਸ ਗੱਲ ਦੇ ਵਾਸਤੇ ਜ਼ਿੰਮੇਵਾਰ ਆ। ਦੁਨੀਆ ਦੇ ਤਕਰੀਬਨ 195 ਦੇ ਕਰੀਬ ਮੁਲਕ ਆ, ਨਵੇਂ ਬਣਦੇ ਰਹਿੰਦੇ ਆ, ਅਤੇ ਉਹਨਾਂ ਦੇ ਵਿੱਚੋਂ ਇਹ 37 ਜਿਹੜੇ ਆ ਉਹ ਚੁਣੇ ਗਏ ਆ। ਅਤੇ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਭਾਜਪਾ ਦੀ। ਭਾਜਪਾ ਦੇ ਇੱਕ ਵਿਧਾਇਕ ਨੇ, ਸਾਬਕਾ ਮੰਤਰੀ ਵੀ ਰਹੇ ਆ, ਅਨਿਲ ਜੋਸ਼ੀ ਹੋਣੀ, ਉਹਨਾਂ ਨੂੰ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਬਿਆਨ ਦੇਣਾ ਬੜਾ ਮਹਿੰਗਾ ਪੈ ਗਿਆ ਆ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਦੋਸ਼ ਸਿਰਫ ਇੰਨਾ ਹੀ ਆ ਕਿ ਅਨਿਲ ਜੋਸ਼ੀ ਨੇ ਇੰਨੀ ਗੱਲ ਕਹੀ ਸੀ ਵੀ ਜਿਹੜੇ ਕਿਸਾਨ ਆ ਉਹ ਵੀ ਪੰਜਾਬ ਦੇ ਹੀ ਆ, ਅਤੇ ਬਹੁਤੇ ਕਰਕੇ ਪੰਜਾਬ ਦੇ ਲੋਕ ਆ, ਅਤੇ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਹਰੇਕ ਗੱਲ ਨੂੰ ਅੜੀ ਦੇ ਨਾਲ ਨਹੀਂ ਲੈਣਾ ਚਾਹੀਦਾ। ਇਸ ਦਾ ਮਸਲਾ ਹੱਲ ਕਰਨ ਦੇ ਵਾਸਤੇ ਹੋਰ ਰਾਹ ਲੱਭਣਾ ਚਾਹੀਦਾ ਆ। ਸੋ ਇੰਨੀ ਗੱਲ ਤੋਂ ਤਿੜ ਕੇ ਜਿਹੜਾ ਆ ਭਾਜਪਾ ਹਾਈ ਕਮਾਂਡ ਗੁੱਸੇ ਵਿੱਚ ਆਈ ਆ, ਅਤੇ ਅਨਿਲ ਜੋਸ਼ੀ ਜਿਹੜੇ ਆ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕਿਹਾ ਗਿਆ ਕਿ 2-3 ਦਿਨ ਦੇ ਵਿੱਚ ਦੱਸੋ ਕਿ ਤੁਸੀਂ ਇਹ ਜਿਹੜੀਆਂ ਪਾਰਟੀ ਦੇ ਅਕਸ ਨੂੰ ਵਿਗਾੜਨ ਵਾਲੀਆਂ ਗੱਲਾਂ ਆ ਕਿਉਂ ਕੀਤੀਆਂ ਆ। ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਇਹ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ। ਇਹਦੇ ਨਾਲ ਭਾਜਪਾ ਦੇ ਵਿੱਚ ਅੰਦਰੂਨੀ ਕਲੇਸ਼ ਜਿਹੜਾ ਉਹ ਵੀ ਖੜਾ ਹੋ ਸਕਦਾ, ਕਿਉਂਕਿ ਅਨਿਲ ਜੋਸ਼ੀ ਦੇ ਵੀ ਕੁਝ ਸਮਰਥਕ ਕੇਡੀ ਭੰਡਾਰੀ ਵਗੈਰਾ ਤੇ ਹੋਰ ਹੈਗੇ ਆ। ਇਹ ਤੋਂ ਆਪਾਂ ਸਮਝ ਸਕਦੇ ਹਾਂ ਕਿ ਕਿਸਾਨ ਅੰਦੋਲਨ ਦੇ ਨਾਲ ਭਾਜਪਾ ਹਾਈ ਕਮਾਂਡ ਜਿਹੜੀ ਕਿੰਨੀ ਅੜੀ ਰੱਖਦੀ ਆ, ਕਿੰਨੀ ਨਫ਼ਰਤ ਰੱਖਦੀ ਆ, ਕਿ ਭਾਜਪਾ ਦੇ ਜੇ ਕੋਈ ਸੀਨੀਅਰ ਆਗੂ ਜਿਹੜਾ ਕਿ ਮੰਤਰੀ ਵੀ ਰਹਿ ਚੁੱਕਾ ਸਿਰਫ ਇੰਨੀ ਸਲਾਹ ਹੀ ਦਿੰਦਾ ਕਿ ਕਿਸਾਨ ਵੀ ਤਾਂ ਆਪਣੇ ਹੀ ਆ, ਉਹਨਾਂ ਦੀ ਗੱਲ ਸੁਣ ਲਓ, ਇੰਨੀ ਗੱਲ ਵੀ ਜਿਹੜੀ ਆ ਗਵਾਰਾ ਹੈ ਨਹੀਂ ਗੀ। ਅਤੇ ਇਸ ਕਰਕੇ ਉਹਨਾਂ ਦੀ ਜਿਹੜੀ ਆ ਪੇਸ਼ੀ ਹੋ ਗਈ ਆ। ਸੋ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਇਜ਼ਹਾਰ ਆਲਮ ਦੀ ਰੁਖਸਤੀ ਦੀ। ਇਜ਼ਹਾਰ ਆਲਮ ਪੰਜਾਬ ਦਾ ਬੁੱਚੜ ਆਪਾਂ ਕਹਿ ਸਕਦੇ ਹਾਂ। ਪੰਜਾਬ ਦੇ ਉਹਨਾਂ ਬੁੱਚੜ ਅਧਿਕਾਰੀਆਂ ਦੇ ਵਿੱਚ, ਜ਼ਾਲਮ ਅਧਿਕਾਰੀਆਂ ਦੇ ਵਿੱਚ, ਜਿਨ੍ਹਾਂ ਨੇ 1980ਵਿਆਂ ਦੇ ਵਿੱਚ ਪੰਜਾਬ ਦੀ ਜਵਾਨੀ ਦਾ ਜਿਹੜਾ ਆ ਕਹਿ ਲਓ ਵੀ ਬੜੀ ਨਿਰਦੈਤਾ ਦੇ ਨਾਲ ਜਿਹੜਾ ਆ ਉਹ ਸ਼ਿਕਾਰ ਖੇਡਿਆ। ਉਹਨਾਂ ਦੀ ਮੌਤ ਹੋ ਗਈ ਆ 1980ਵਿਆਂ ਦੇ ਦੂਜੇ ਅੱਧ ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਜ਼ੋਰਾਂ ਦੇ ਉੱਤੇ ਸੀਗਾ, ਤਾਂ ਆਲਮ ਸੈਨਾ ਬਣਾ ਕੇ ਮਾਝੇ ਦੇ ਵਿੱਚ ਨੌਜਵਾਨਾਂ ਦਾ ਸ਼ਿਕਾਰ ਕਰਨਾ। ਇਸ ਦੇ ਨਾਲ ਹੀ ਉਹਨਾਂ ਨੂੰ ਪੁਲਿਸ ਜਿਹੜੇ ਕੈਟ ਸੀਗੇ ਉਹਨਾਂ ਨੂੰ ਖਾੜਕੂਆਂ ਦੇ ਭੇਸ ਦੇ ਵਿੱਚ ਲੋਕਾਂ ਦੇ ਘਰਾਂ 'ਚ ਭੇਜਣਾ, ਲੁੱਟਾਂ ਖੋਹਾਂ ਕਰਨੀਆਂ, ਔਰਤਾਂ ਦੀ ਬੇਪਤੀ ਕਰਨਾ, ਇਹ ਆਲਮ ਸੈਨਾ ਦਾ ਮੁੱਖ ਕੰਮ ਰਿਹਾ ਆ, ਜਿਹਦੇ ਬਾਰੇ ਖੁਦ ਵੱਡੇ ਵੱਡੇ ਪੁਲਿਸ ਅਧਿਕਾਰੀ DGP ਵਿਰਕ ਵਰਗੇ ਜਿਹੜੇ ਮੰਨ ਚੁੱਕੇ ਆ। ਕਈ ਸਾਬਕਾ ਕੈਟ ਜਿਹੜੇ ਆ ਉਹ ਔਨ ਰਿਕਾਰਡ ਆ ਕੇ ਗੱਲਾਂ ਦੱਸ ਚੁੱਕੇ ਆ ਕਿ ਆਲਮ ਸੈਨਾ ਜਿਹੜੀ ਆ ਕੀ ਕਰਦੀ ਰਹੀ ਆ। ਸੋ ਇਸ ਦਾਗੀ ਅਤੇ ਕਹਿ ਸਕਦੇ ਹਾਂ ਕਿ ਬੁੱਚੜ ਜ਼ਹਿਨੀਅਤ ਦੇ ਮਾਲਕ ਇਜ਼ਹਾਰ ਆਲਮ ਨੂੰ ਪਹਿਲਾਂ ਬੇਅੰਤ ਸਿੰਘ ਸਰਕਾਰ ਦੇ ਵਿੱਚ ਉਸ ਮੌਕੇ ਪੂਰੀ ਜਿਹੜੀ ਆ ਖੁੱਲ੍ਹ ਦਿੱਤੀ ਗਈ, ਮਾਣ ਤਾਣ ਦਿੱਤਾ ਗਿਆ, ਇਹਨੂੰ ਆਪਣੀ ਅੱਖਾਂ ਦਾ ਤਾਰਾ ਬਣਾ ਕੇ ਰੱਖਿਆ ਗਿਆ, ਤਰੱਕੀਆਂ ਬਖਸ਼ੀਆਂ ਗਈਆਂ। ਜਦੋਂ ਨੌਕਰੀ ਖਤਮ ਹੋਈ ਤਾਂ ਫਿਰ ਬਾਦਲਾਂ ਨੇ ਇਹਨੂੰ ਜਿਹੜਾ ਆਪਣੀ ਅੱਖਾਂ ਦਾ ਤਾਰਾ ਬਣਾ ਲਿਆ। ਸੋ ਇਸ ਪਾਪੀ ਬੰਦੇ ਨੂੰ, ਹਾਲਾਂਕਿ 1997 ਦੇ ਚੋਣ ਮੈਨੀਫੈਸਟੋ ਦੇ ਵਿੱਚ ਜਦੋਂ ਬੇਅੰਤ ਸਿੰਘ ਦੇ ਜ਼ੁਲਮਾਂ ਤੋਂ ਤੰਗ ਆ ਕੇ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਸੀਗੀਆਂ, ਤਾਂ ਅਕਾਲੀ ਦਲ ਬਾਦਲ ਦੇ ਮੈਨੀਫੈਸਟੋ 'ਚ ਲਿਖਿਆ ਸੀਗਾ ਕਿ ਜਿਹੜੇ ਪੁਲਿਸ ਆਫੀਸਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੁਲਿਸ ਮੁਕਾਬਲੇ ਬਣਾਏ ਆ, ਨੌਜਵਾਨਾਂ ਦਾ ਘਾਣ ਕੀਤਾ ਆ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪਰ ਹੋਇਆ ਉਲਟ ਕਿ ਸਰਕਾਰ ਬਣਨ ਤੋਂ ਬਾਅਦ ਅਜਿਹੇ ਜਿਹੜੇ ਦਾਗੀ ਪੁਲਿਸ ਅਧਿਕਾਰੀ ਸੀ, ਪਾਪੀ ਪੁਲਿਸ ਅਧਿਕਾਰੀ ਸੀ, ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਅਸ਼ਮੀਰ ਸੈਣੀ ਉਹਨਾਂ ਦੀ ਐਗਜ਼ਾਮਪਲ ਸਾਹਮਣੇ DGP ਬਣਾਇਆ ਗਿਆ। ਉਦੋਂ ਵੀ ਉੱਪਰ ਜਾ ਕੇ ਆਪਾਂ ਕਹਿ ਸਕਦੇ ਕਿ ਇਜ਼ਹਾਰ ਆਲਮ ਨੂੰ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਵਾਈ ਗਈ, ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਗਈ। ਸੀਨੀਅਰ ਆਗੂ ਦਾ ਰੁਤਬਾ ਜਿਹੜਾ ਆ ਇਜ਼ਹਾਰ ਆਲਮ ਐਂਡ ਤੱਕ ਜਿਹੜਾ ਆ ਉਹ ਮਾਣਦੇ ਰਹੇ ਅਕਾਲੀ ਦਲ ਦੇ ਵਿੱਚ। ਹਾਲਾਂਕਿ ਉਸ ਵੇਲੇ ਸਿੱਖ ਜਗਤ ਵੱਲੋਂ ਬੜਾ ਰੋਸ ਜਿਹੜਾ ਆ ਇਸ ਪ੍ਰਤੀ ਪ੍ਰਗਟਾਇਆ ਗਿਆ ਸੀਗਾ, ਪਰ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਬਾਦਲ ਪਿਓ ਪੁੱਤ ਵੱਲੋਂ ਕਿਸੇ ਦੀ ਵੀ ਸੁਣੀ ਨਹੀਂ ਗਈ, ਪਰਵਾਹ ਨਹੀਂ ਮੰਨੀ ਗਈ। ਹੁਣ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਆ ਕਿ ਦੇਖਦੇ ਆ ਕਿ ਜਦੋਂ ਇਸ ਪਾਪੀ ਰੂਹ ਨੂੰ ਸਪੁਰਦੇ ਖਾਕ ਕੀਤਾ ਜਾਣਾ ਆ ਤਾਂ ਇਹਦੀ ਕਬਰ ਦੇ ਵਿੱਚ ਮਿੱਟੀ ਪਾਉਣ ਦੇ ਵਾਸਤੇ ਹੁਣ ਕਿਹੜੇ ਕਾਂਗਰਸੀ ਅਕਾਲੀ ਅਤੇ ਹੋਰ ਆਗੂ ਜਿਹੜੇ ਆ ਉਹ ਪਹੁੰਚਦੇ ਆ। ਸੋ ਇਸ ਦੇ ਨਾਲ ਇੱਥੇ ਸਾਨੂੰ ਇਹ ਖਬਰਾਂ, ਇਹ ਜਾਣਕਾਰੀ, ਗੱਲਬਾਤ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ
ਸਤਿ ਸ੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।